ਅਖੀਰ ਨੂੰ ਉਹੀ ਗੱਲ ਹੋਈ ਜਿਹਦਾ ਡਰ ਸੀ ਤੇ ਇੰਟਰਸਟ ਰੇਟ ਜਿਹੜੇ ਉੱਪਰ ਚੁੱਕ ਦਿੱਤੇ ਆ ਉਹਦੇ ਨਾਲ ਇਹਦਾ ਕਿੰਨਾ ਕੁ ਫਰਕ ਪੈਣ ਵਾਲਾ ਹੁਣ ਇਹਦਾ? ਹੁਣ ਤੱਕ ਕਹ ਲਓ 8 ਵਾਰੀ ਇੰਟਰਸਟ ਵਧਾ ਚੁੱਕੇ ਨੇ ਤੇ ਇਹਦੇ ਇਫੈਕਟ ਜਿਹੜੇ ਨੇ ਆਲਰੇਡੀ ਇਕਨੋਮੀ 'ਚ ਨਜ਼ਰ ਆ ਰਹੇ ਨੇ। ਜਿਵੇਂ ਉਹਨਾਂ ਨੇ ਦੱਸਿਆ ਡਿਊਰਿੰਗ ਕੋਵਿਡ ਹਰ ਕੋਈ ਆਦਮੀ ਆਪਣੇ ਹੋਮ ਇੰਪਰੂਵਮੈਂਟ ਵੱਲ ਲੱਗਿਆ ਸੀਗਾ, ਉਹਨਾਂ ਕੋਲ ਕੈਸ਼ ਸੀਗੇ ਪੈਸੇ, ਤੇ ਉਹ ਹੁਣ ਲੋਕਾਂ ਦੇ ਕੈਸ਼ ਵੀ ਮੁੱਕ ਗਿਆ ਔਰ ਜਿਹੜੀ ਸਪਲਾਈ ਚੇਨ ਆ ਉਹ ਵੀ ਕਾਫੀ ਹੱਦ ਤੱਕ ਬਹਾਲ ਹੋ ਗਈ ਹੈ। ਬੀਜਾਂ ਦੇ ਜਿਹੜੇ ਅਰਥ ਸ਼ਾਸਤਰੀ ਨੇ ਕੱਲ ਉਹਨਾਂ ਨੇ ਇੱਕ ਸਟੇਟਮੈਂਟ ਇਸ਼ੂ ਕੀਤੀ। ਉਹ ਕਹਿੰਦੇ ਤੁਸੀਂ 2022 ਨੂੰ ਢੋਨੇ ਹੋ, ਹਾਲੇ ਤੁਸੀਂ 2023 ਵੇਖਣਾ। ਬਟ ਦ ਸੇਮ ਟਾਈਮ ਜਿਹੜਾ ਅੱਜ ਦੀ ਡੇਟ 'ਚ ਮਾਰਗੇਜ ਨੂੰ ਕੁਆਲੀਫਾਈ ਕਰਨਾ ਹੀ ਬਹੁਤ ਔਖਾ ਹੋ ਗਿਆ ਆਮ ਆਦਮੀ ਲਈ, ਤੇ ਇਹ ਹਾਊਸਿੰਗ ਮਾਰਕੀਟ ਜਿਹੜੀ ਹੈ ਇਟ ਟੇਕ ਸਮ ਟਾਈਮ ਟੂ ਪਿਕ ਅਪ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਆ ਕਿ ਮੈਂ ਹੁਣ ਇੱਕ ਪਾਸੇ ਹੋ ਕੇ ਬੈਠਾਂਗਾ, ਮੈਂ ਲਾਂਭੇ ਹੋ ਕੇ ਬੈਠ ਕੇ ਵੇਖਾਂਗਾ ਕੀ ਹੁੰਦਾ ਬਣਦਾ। ਪਰ ਪਹਿਲਾਂ ਉਹ ਐਕਟਿਵਲੀ ਵਧਾਉਂਦੇ ਰਹੇ ਨੇ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਉਹਨਾਂ ਨੇ ਇਹ ਨਹੀਂ ਕੁਝ ਇਸ ਤਰ੍ਹਾਂ ਦੀ ਇੰਡੀਕੇਸ਼ਨ ਦਿੱਤੀ ਕਿ ਇਕਨੋਮੀ ਨੂੰ ਬੂਸਟ ਕਰਨ ਲਈ ਜਾਂ ਇਨਫਲੇਸ਼ਨ ਨੂੰ ਹੋਰ ਕਾਬੂ ਕਰਨ ਲਈ ਮੈਂ ਹੋਰ ਕੀ ਕਦਮ ਚੁੱਕਾਂਗਾ। ਲਾਂਭੇ ਹੋ ਕੇ ਬੈਠਣ ਦੇ ਤੁਸੀਂ ਕੀ ਅਰਥ ਕੱਢਦੇ ਹੋ? The Harjinder Thin Show. ਅੱਜ ਗੱਲਬਾਤ ਕਰਨ ਲਈ ਕਿ ਇੰਟਰਸਟ ਰੇਟ ਹਾਈਕ ਕਿਵੇਂ ਸਾਨੂੰ ਪ੍ਰਭਾਵਿਤ ਕਰੇਗੀ, ਸਰ ਸੁਰਿੰਦਰਪਾਲ ਸਿੰਘ ਜੀ ਸਾਡੇ ਨਾਲ ਟੋਰਾਂਟੋ ਤੋਂ ਸ਼ਾਮਲ ਹੋ ਚੁੱਕੇ ਹਨ। ਉਹ ਸਾਨੂੰ ਦੱਸਣਗੇ, ਸਮਝਾਉਣਗੇ ਕਿ ਇਹਨਾਂ ਇੰਟਰਸਟ ਰੇਟ ਵਧਾਉਣ ਦੇ ਜਿਹੜੇ ਕਾਰਨ ਦੱਸੇ ਗਏ ਸਨ, ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਉਹਦੇ 'ਤੇ ਕੋਈ ਫਰਕ ਪੈ ਰਿਹਾ ਹੈ? ਹੁਣ ਉਹ ਕਹਿੰਦੇ ਦਿਸ ਇਜ਼ ਦ ਲਾਸਟ ਸਟਰਾ ਦੈਟ ਇਜ਼ ਬ੍ਰੋਕਨ ਕੈਮਲਸ ਬੈਕ। ਹੁਣ ਕਈ ਵਾਰੀ ਜਿਹੜੀ 1% ਵੀ ਜਿਹੜਾ ਵਧਾਇਆ ਗਿਆ, 1% ਪੁਆਇੰਟ, 1/4% ਪੁਆਇੰਟ ਜਿਹੜਾ ਵਧਾਇਆ ਗਿਆ, ਉਹ ਵੀ ਕਿੰਨਾ ਫਰਕ ਪਾ ਸਕਦਾ ਹੈ ਜਦ ਲੋਕਾਂ ਦਾ ਲੱਕ ਪਹਿਲਾਂ ਹੀ ਟੁੱਟਿਆ ਹੋਵੇ। ਸਰ ਸੁਰਿੰਦਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਥਿੰਡ ਸਾਹਿਬ, ਆਪ ਜੀ ਨੂੰ ਵੀ ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਅਖੀਰ ਨੂੰ ਉਹੀ ਗੱਲ ਹੋਈ ਜਿਹਦਾ ਡਰ ਸੀ ਤੇ ਇੰਟਰਸਟ ਰੇਟ ਜਿਹੜੇ ਉੱਪਰ ਚੁੱਕ ਦਿੱਤੇ ਆ ਉਹਦੇ ਨਾਲ ਇਹਦਾ ਕਿੰਨਾ ਕੁ ਫਰਕ ਪੈਣ ਵਾਲਾ ਹੁਣ ਇਹਦਾ? ਥਿੰਡ ਸਾਹਿਬ, ਇਹ ਸੰਭਾਵਿਤ ਸੀਗਾ ਵੀ 25 ਬੇਸਿਸ ਪੁਆਇੰਟ ਇੰਟਰਸਟ ਵਧੇਗਾ ਔਰ ਅੱਛੀ ਗੱਲ ਇਹ ਆ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਮ ਮੈਕਾਲਮ ਸੈਡ ਹੀ ਵਿਲ ਸਿਟ ਔਨ ਅ ਸਾਈਡ ਲਾਈਨ ਨਾਓ। ਦੈਟ ਮੀਨਸ ਕਿ ਬਈ ਇਹ ਇੱਕ ਰਾਹਤ ਦੀ ਸਾਹ ਵੀ ਹੈਗੀ ਆ ਬਈ ਉਹ ਜਿਵੇਂ ਹੁੰਦਾ ਨਾ ਵੀ ਘੋੜੇ ਤੇ ਸਵਾਰ ਹਮੇਸ਼ਾ ਚੜੇ ਹੁੰਦੇ ਸੀਗੇ, ਉਹ ਚੀਜ਼ ਜਿਹੜੀ ਹੈ ਹੁਣ ਸ਼ਾਇਦ ਰੁਕ ਜਾਏਗੀ ਡਿਪੈਂਡਿੰਗ ਔਨ ਦ ਡਾਟਾ। ਸੋ ਜਿਹੜੀ ਨੈਕਸਟ ਮੀਟਿੰਗ ਹੈ ਮਾਰਚ 8 ਨੂੰ ਹੈਗੀ ਆ, ਲੇਕਿਨ ਉਹਨਾਂ ਨੇ ਇਹਦੇ ਅੰਦਰ ਸੰਕੇਤ ਦਿੱਤੀ ਹੈ ਕਿ ਹੀ ਵਿਲ ਸਿਟ ਔਨ ਅ ਸਾਈਡ ਲਾਈਨ ਐਂਡ ਵਾਚ ਕਿ ਜਿਹੜੇ ਉਹਨਾਂ ਨੇ ਪਿਛਲੇ ਹੁਣ ਤੱਕ ਕਹ ਲਓ 8 ਵਾਰੀ ਇੰਟਰਸਟ ਵਧਾ ਚੁੱਕੇ ਨੇ ਤੇ ਇਹਦੇ ਇਫੈਕਟ ਜਿਹੜੇ ਨੇ ਆਲਰੇਡੀ ਇਕਨੋਮੀ 'ਚ ਨਜ਼ਰ ਆ ਰਹੇ ਨੇ। ਜਿਵੇਂ ਉਹਨਾਂ ਨੇ ਦੱਸਿਆ ਬਈ ਸਾਡੀ ਇਨਫਲੇਸ਼ਨ ਲਾਸਟ ਮੰਥ 6.8 ਤੋਂ ਘਟ ਕੇ 6.3% ਰਹੀ ਹੈ, ਜਿਹੜੀ ਜੂਨ 'ਚ 8.1% ਸੀਗੀ, ਔਰ ਇਹਦੇ ਨਤੀਜੇ ਨਜ਼ਰ ਆ ਰਹੇ ਆ, ਲੇਕਿਨ ਥੋੜਾ ਟਾਈਮ ਲੱਗਦਾ ਆ। ਇਸ ਕਰਕੇ ਹੀ ਸਿਟਿੰਗ ਔਨ ਅ ਸਾਈਡ ਲਾਈਨ। ਨਾਲੇ ਉਹਨਾਂ ਨੇ ਜਿਹੜੀ ਆਪਣੀ ਪ੍ਰੋਜੈਕਸ਼ਨ ਹੈਗੀ ਆ ਇਸ ਸਾਲ ਦੀ ਉਹ ਵੀ ਘਟਾ ਦਿੱਤੀ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਮੰਨਣਾ ਹੈ ਕਿ ਸਾਡੀ ਇਕਨੋਮੀ ਜਿਹੜੀ ਹੈ ਇਸ ਸਾਲ ਕਰੀਬ 1% ਗਰੋ ਕਰੇਗੀ 2023 ਚ। ਹਾਲਾਂਕਿ 2022 ਚ ਸਾਡੀ ਇਕਨੋਮੀ ਜਿਹੜੀ ਹੈ ਉਹ 3.6% ਗਰੋ ਕੀਤੀ ਹੈ ਔਰ 2024 ਚ ਉਹ ਐਕਸਪੈਕਟ ਕਰਦੇ ਨੇ ਕਿ 2% ਗਰੋ ਕਰੇਗੀ। ਪਰ ਉਹ ਇਹ ਮੰਨ ਰਹੇ ਨੇ, ਇਹ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਇਹ ਮੰਨਣਾ ਹੈਗਾ ਕਿ ਇਨਫਲੇਸ਼ਨ ਜਿਹੜੀ ਹੈ ਥਰਡ ਕੁਆਟਰ ਤੱਕ ਜਿਹੜੀ 6.3% ਹੈ ਇਹ 3% ਤੱਕ ਆ ਜਾਏਗੀ। ਉਹ ਫੋਰਥ ਕੁਆਟਰ ਦੇ ਅੰਦਰ ਹੋ ਸਕਦਾ 2.6% ਆ ਜਾਏ, ਯਾਨੀ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਆਪਣੇ ਟੀਚੇ ਨਾਲ ਸਹੀ ਚੱਲ ਰਹੇ ਨੇ ਸਰ। ਪਰ ਤੁਸੀਂ ਕੀ ਸਮਝਦੇ ਹੋ ਕਿ ਐਨਾਲਿਸਟ ਦੇ ਤੌਰ ਤੇ ਕਿ ਇਨਫਲੇਸ਼ਨ ਤੇ ਕਾਬੂ ਪਿਆ? ਐਵੇਂ ਮਾਮੂਲੀ ਅੱਧੀ ਕੁ ਨਾਚ ਥੱਲੇ ਆਇਆ, ਵਰਨਾ ਮਹਿੰਗਾਈ ਤਾਂ ਉਹ ਲੋਕਾਂ ਦਾ ਲੱਕ ਤੋੜੀ ਜਾਂਦੀ ਹੈ ਸਾਜ ਜੀ। ਬਿਲਕੁਲ ਠੀਕ ਕਹਿ ਰਹੇ ਹੋ ਸਰ ਤੁਸੀਂ। ਇਨਫਲੇਸ਼ਨ ਜਿਹੜੀ ਹੈ ਹੈਡਲਾਈਨ ਨੰਬਰਸ ਤੇ ਬੜਾ ਅੱਛਾ ਲੱਗਦਾ ਆ 6.3%, ਲੇਕਿਨ ਫੂਡ ਇਨਫਲੇਸ਼ਨ ਇਜ਼ ਸਟਿਲ ਮੋਰ ਦੈਨ 9%, ਔਰ ਵੇਜ ਇਨਫਲੇਸ਼ਨ ਇਜ਼ ਅਨਦਰ ਥਿੰਗ which is also bothering the Bank of Canada governor। ਔਰ ਹੁਣ ਜਿਹੜੇ ਤੁਸੀਂ ਅਸਰ ਦੇਖੋਗੇ ਆ ਜਿਹੜਾ ਦਸੰਬਰ 'ਚ ਜਿਹੜੀ ਕ੍ਰਿਸਮਸ ਸੇਲ ਹੈ ਉਹ ਵੀ ਕੋਈ ਚੰਗੀ ਸੇਲ ਨਹੀਂ ਹੋਈ। ਜਿਹੜੇ ਤੁਸੀਂ ਹੁਣ ਨਤੀਜੇ ਵੀ ਦੇਖ ਰਹੇ ਹੈ, ਜਿਵੇਂ ਕੱਲ ਮਾਈਕਰੋਸਾਫਟ ਨੇ ਜਿਹੜੀ ਆਪਣੀ ਅਰਨਿੰਗ ਰਿਪੋਰਟ ਦਿੱਤੀ ਹੈ ਉਹਦੇ 'ਚ ਵੀ ਉਹਨੇ ਜਿਹੜੀ ਪ੍ਰੋਜੈਕਸ਼ਨ ਜਿਹੜੀ ਹੈ ਗਲੂਮੀ ਆਊਟਲੁੱਕ ਦੀ ਦਿੱਤੀ ਹੈ, ਖਾਸ ਤੌਰ ਤੇ ਟੈਕਨੋਲੋਜੀ ਸੈਕਟਰ ਦੀ। ਅੱਜ ਸਵੇਰੇ ਜਿਹੜੀ ਬੋਇੰਗ ਦੀ ਰਿਪੋਰਟ ਆਈ ਹੈ ਉਹਨਾਂ 'ਚ ਵੀ ਉਹਨਾਂ ਨੇ ਦੱਸਿਆ ਵੀ ਉਹਨਾਂ ਕੋਲ ਇਹ ਕੋਈ ਆਰਡਰਾਂ ਦੀ ਕਮੀ ਨਹੀਂ ਸੀ, ਕੋਈ ਸੇਲ ਦੀ ਕਮੀ ਕਰ ਸਕਦੇ ਸੀ ਸੇਲ, ਲੇਕਿਨ ਉਹਨਾਂ ਕੋਲ ਪਾਰਟਸ ਔਰ EMPLOYE ਹੀ ਨਹੀਂ ਹੈਗੇ ਆ।
ਤੇ ਇਹ ਚੀਜ਼ ਜਿਹੜੀ ਤੁਹਾਡੇ ਕੋਲ EMPLOYE ਹੀ ਨਹੀਂ ਹੈਗੇ ਆ, ਜਦੋਂ ਇਕਨੋਮੀ ਸਲੋ ਹੋਏਗੀ ਤੇ ਇਹ ਚੀਜ਼ਾਂ ਜਿਹੜੀਆਂ ਕੰਪਨੀ ਦੀਆਂ ਜਿਹੜੀਆਂ ਕਮੀਆਂ ਨੇ ਇਹ ਦੂਰ ਹੋ ਜਾਣਗੀਆਂ। ਔਰ ਜਿਹੜੀਆਂ ਬਿਗ ਟਿਕਟ ਆਈਟਮਸ ਨੇ, ਖਾਸ ਤੌਰ ਤੇ ਕੋਵਿਡ ਦੇ ਅੰਦਰ ਤੁਸੀਂ ਦੇਖਿਆ ਇਲੈਕਟ੍ਰੋਨਿਕ ਗੁੱਡਸ ਜਿਹੜੀਆਂ ਕਿ ਐਂਟਰਟੇਨਮੈਂਟ ਗੁੱਡਸ ਹੈਗੀਆਂ ਨੇ, ਜਾਂ ਹੋਮ ਇੰਪਰੂਵਮੈਂਟਸ ਲੋਕਾਂ ਨੇ ਅਪਲਾਈਐਂਸਸ ਲੈਂਦੇ ਸੀਗੇ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਹੈਂਡ ਸਾਹਿਬ ਬਾਹਰੋਂ ਬਣ ਕੇ ਆਉਂਦੀਆਂ ਸੀਗੀਆਂ ਤੇ ਉਹਦੇ ਚ ਸਪਲਾਈ ਚੇਨ ਕਾਫੀ ਹੱਦ ਤੱਕ ਇਫੈਕਟ ਹੋਈ ਸੀ। ਤੀਸਰੀ ਗੱਲ ਜਿਹੜੀ ਹੈ, ਡਿਊਰਿੰਗ ਕੋਵਿਡ ਹਰ ਕੋਈ ਆਦਮੀ ਆਪਣੇ ਹੋਮ ਇੰਪਰੂਵਮੈਂਟ ਵੱਲ ਲੱਗਿਆ ਸੀਗਾ, ਉਹਨਾਂ ਕੋਲ ਕੈਸ਼ ਸੀਗੇ ਪੈਸੇ, ਤੇ ਉਹ ਹੁਣ ਲੋਕਾਂ ਦੇ ਕੈਸ਼ ਵੀ ਮੁੱਕ ਗਿਆ ਔਰ ਜਿਹੜੀ ਸਪਲਾਈ ਚੇਨ ਹੈ ਉਹ ਵੀ ਕਾਫੀ ਹੱਦ ਤੱਕ ਬਹਾਲ ਹੋ ਗਈ ਹੈ। ਤੇ ਇਹ ਲੱਗਦਾ ਹੈ ਸਰ ਕਿ 3rd ਕੁਆਰਟਰ ਦੇ ਅੰਦਰ ਰਿਜ਼ਲਟ ਅੱਛੇ ਹੋ ਜਾਣਗੇ ਸਰ। ਅੱਛਾ, ਇੱਕ ਗੱਲ ਹੋਰ ਦੱਸੋ, ਚਲੋ ਕੈਨੇਡਾ ਦੇ ਬਾਰੇ ਤਾਂ ਸਾਨੂੰ ਪਤਾ ਹੈ, ਬਾਕੀ ਹੋਰ ਜਿਹੜੀਆਂ ਨਾਰਥ ਅਮਰੀਕਨ ਯੂਰਪੀਅਨ ਇਕੋਨਮੀਜ਼ ਨੇ ਉਹ ਕਿਵੇਂ ਹੈਂਡਲ ਕਰ ਰਹੇ ਨੇ? ਬਿਲਕੁਲ ਇਸ ਤਰ੍ਹਾਂ ਹੀ ਕਰ ਰਹੇ ਸਰ। ਵੀ ਆਰ ਨਾਟ ਲਿਵਿੰਗ ਇਨ ਆਈਸੋਲੇਸ਼ਨ, ਵੀ ਆਰ ਪਾਰਟ ਆਫ ਦ ਰੈਸਟ ਆਫ ਦ ਵਰਲਡ। ਔਰ ਫਿਰ ਜਿਹੜਾ ਇਨਫਲੇਸ਼ਨ ਹੈ ਇਹ ਤਾਂ ਗਲੋਬਲ ਫਿਨੋਮੇਨਾ, ਅਮਰੀਕਾ 'ਚ ਵੀ ਇਹੀ ਹਾਲ ਹੈ। ਬਲਕਿ ਇਹ ਅਮਰੀਕਾ ਤੇ ਮੈਨੂੰ ਇਹ ਲੱਗਦਾ ਹੈ ਜੀ ਕਿ ਅਗਲੇ ਹਫਤੇ ਅਮਰੀਕਾ ਦੀ ਵੀ ਫੈਡਰਲ ਰਿਜ਼ਰਵ ਦੀ ਮੀਟਿੰਗ ਹੈਗੀ ਆ, ਜਿਹਦੇ 'ਚ ਆਲਸੋ ਐਕਸਪੈਕਟਡ ਹੈ ਕਿ 25 ਬੇਸਿਸ ਪੁਆਇੰਟ ਇੰਟਰਸਟ ਵਧਾਉਣਗੇ। ਔਰ ਉਸ ਤੋਂ ਬਾਅਦ ਅਮਰੀਕਾ 2 ਵਾਰੀ ਹੋਰ ਇੰਟਰਸਟ ਵਧਾਏਗਾ। ਯੂਰੋਪੀਅਨ ਯੂਨੀਅਨ ਵੀ ਇਹ ਸੇਮ ਪੈਟਰਨ ਤੇ ਚੱਲ ਰਿਹਾ ਹੈ। ਤੇ ਇਹ ਤੁਸੀਂ ਇਹ ਨਾ ਸੋਚੋ ਵੀ ਇਹ ਸਿਰਫ ਬੈਂਕ ਆਫ ਕੈਨੇਡਾ ਹੀ ਜਿਹੜਾ ਹੈ ਉਹ ਇੱਕ ਵਿਲਨ ਬਣਿਆ ਹੋਇਆ ਹੈ ਆਪਣੇ ਕੰਜ਼ਿਊਮਰ ਦੀ ਨਿਗਾਹ ਦੇ ਅੰਦਰ। ਇਹ ਜਿੰਨੇ ਵੀ ਸੈਂਟਰਲ ਬੈਂਕ ਗਵਰਨਰਸ ਨੇ, ਜਿੰਨੇ ਵੀ ਡਿਵੈਲਪ ਕੰਟਰੀਜ਼ ਦੇ ਗਵਰਨਰਸ ਨੇ, ਦੇ ਟੇਕਿੰਗ ਸੇਮ ਅਪਰੋਚ ਸਰ। ਅੱਛਾ, ਜਦੋਂ ਇੰਟਰਸਟ ਰੇਟ ਵਧੇ ਆ ਸਰ ਜੀ, ਉਦੋਂ ਸਾਰੇ ਲੋਕ ਲੂਜ਼ ਨਹੀਂ ਕਰਦੇ। ਜਦੋਂ ਇੰਟਰਸਟ ਰੇਟ ਵੱਧਦਾ, ਕੌਣ ਜਿੱਤਦਾ ਤੇ ਕੌਣ ਹਾਰਦਾ? ਦੇਖੋ ਸਰ, ਜਿਹੜਾ ਜਿੱਤਦਾ ਹੈ ਉਹ ਉਹੀ ਜਿੱਤਦਾ ਹੈ ਜਿਹਦੇ ਕੋਲ ਕੈਸ਼ ਹੁੰਦਾ ਹੈ। ਕੈਸ਼ ਇਜ਼ ਦ ਕਿੰਗ ਐਜ਼ ਆਫ ਨਾਓ। ਔਰ ਦੂਸਰੀ ਗੱਲ ਇਹ ਹੈ ਕਿ ਜਿਹਨੇ ਕੋਈ ਚਾਦਰ ਤੋਂ ਬਾਹਰ ਆਪਣੇ ਪੈਰ ਨਹੀਂ ਜ਼ਿਆਦਾ ਪਸਾਰੇ, ਉਹ ਵੀ ਸਹੀ ਰਹਿੰਦਾ ਹੈ। ਜਿਹੜਾ ਹਾਰਦਾ ਹੈ ਉਹੀ ਹਾਰਦਾ ਹੈ ਜਿਹਨੇ ਓਵਰ ਸਟ੍ਰੈਚ ਕੀਤਾ ਹੁੰਦਾ ਆਪਣੇ ਆਪ ਨੂੰ ਡੈਟਸ ਲਈ। ਔਰ ਇਹਦੇ ਅੰਦਰ ਤਾਂ ਹੀ ਤੁਹਾਨੂੰ ਲੱਗ ਰਿਹਾ ਕਿਉਂਕਿ ਸਾਡੀ ਜਿਹੜੀ ਕਮਿਊਨਿਟੀ ਹੈ ਇਹ ਹਮੇਸ਼ਾ ਐਜ ਲਾਈਨਸ ਤੇ ਰਹਿੰਦੀ ਹੈ। ਹਮੇਸ਼ਾ ਜਿਹੜਾ ਹੈ ਇਹ ਮਤਲਬ ਓਵਰ ਸਟ੍ਰੈਚ ਕਰ ਲੈਂਦੇ ਆਪਣੇ ਆਪ ਨੂੰ। ਔਰ ਫਿਰ ਹਾਲਾਂਕਿ ਇਹ ਭਾਰ ਸਹਿ ਵੀ ਲੈਂਦੇ ਆ, ਸਾਡੀ ਕਮਿਊਨਿਟੀ 'ਚ ਖਾਸੀਅਤ ਗੱਲ ਵੀ ਹੈ, ਭਾਰ ਸਹਿ ਵੀ ਲੈਂਦੇ ਆ। ਪਰ ਇਹ ਹੈ ਕਿ ਇਹਦਾ ਜਿਹੜਾ ਇਹ ਮਹਿਸੂਸ ਜਿਹੜਾ ਹੈ, ਇਹਦਾ ਭਾਰ ਜਿਹੜਾ ਹੈ ਉਹ ਕਾਫੀ ਲੰਬੇ ਅਰਸੇ ਤੱਕ ਕਰਨਗੇ। ਇਹ ਨਹੀਂ ਹੈਗਾ ਵੀ ਅਗਲੇ 6 ਮਹੀਨਿਆਂ 'ਚ ਇਹ ਭਾਰ ਹਟ ਜਾਊਗਾ ਜੀ। ਹੁਣ ਕਹਿੰਦੇ ਸੀ ਵੀ ਬਿਜ਼ਨਸਿਸ ਦੇ ਇਹਦਾ ਅਸਰ ਪੈਣਾ। ਮੈਂ ਤੁਹਾਨੂੰ ਵੈਸੇ ਹੀ ਦੱਸ ਦਿਆਂ, ਇੱਥੇ ਨਾਰਥ ਡੈਲਟਾ 'ਚ ਸਾਡੇ 46 ਸਾਲ ਬਾਅਦ ਇੱਕ ਪੱਬ ਬੰਦ ਹੋ ਰਿਹਾ, ਤੇ ਉਹਦੇ ਮੈਨੇਜਰ ਨੇ ਕਿਹਾ, ਕਹਿੰਦੇ ਕੋਵਿਡ ਦੇ ਦੌਰਾਨ ਜਿਹੜੀ ਸਬਸਿਡੀ ਮਿਲਦੀ ਰਹੀ ਉਹਦੇ ਨਾਲ ਕੰਮ ਚੱਲਦਾ ਰਿਹਾ, ਹੁਣ ਸਬਸਿਡੀ ਖਤਮ ਹੋ ਗਈ ਤੇ ਅਸੀਂ ਬੰਦ ਕਰ ਰਹੇ ਹਾਂ ਬਾਹਰ ਨੂੰ। ਸੋ ਇਹੋ ਜਿਹੇ ਸਮਾਲ ਬਿਜ਼ਨਸ ਹੋਰ ਵੀ ਕਾਫੀ ਨੇ। ਹੁਣ ਸਮਾਲ ਬਿਜ਼ਨਸ 'ਤੇ ਕੀ ਅਸਰ ਪੈਣਾ, ਬਿਗਰ ਬਿਜ਼ਨਸਿਸ 'ਤੇ ਕੀ ਅਸਰ ਪੈਣਾ? ਦੇਖੋ ਸਰ, ਸਮਾਲ ਬਿਜ਼ਨਸਿਸ ਨੂੰ ਇਹ ਜਿਹੜਾ ਤੁਸੀਂ ਗੱਲ ਕਹੀ ਵੀ ਪੱਬ ਬੰਦ ਹੋ ਰਿਹਾ, ਕੁਝ ਬਿਜ਼ਨਸਿਸ ਜਿਸ ਤਰ੍ਹਾਂ ਐਂਟਰਟੇਨਮੈਂਟ ਐਂਡ ਰੈਸਟੋਰੈਂਟ ਇੰਡਸਟਰੀ ਸੀ, ਇਹ ਵੇਜ ਸਬਸਿਡੀ ਕਾਫੀ ਹੱਦ ਤੱਕ ਸੀਗੀ ਔਰ ਰੈਂਟ ਸਬਸਿਡੀ ਵੀ ਸੀਗੀ। ਜੇਕਰ ਤਾਂ ਉਹ ਬਿਜ਼ਨਸਿਸ ਜਿਹੜੇ ਸਿਰਫ ਸਬਸਿਡੀ ਤੇ ਚੱਲ ਰਹੀ ਸੀਗੇ ਔਰ ਆਪਣਾ ਭਾਰ ਤੇ ਨਹੀਂ ਚੱਲ ਸਕਦੇ ਸੀਗੇ, ਨੈਚੁਰਲੀ ਗੱਲ ਹੈ ਸਰ, ਦੇ ਵਿਲ ਬੀ ਆਊਟ ਆਫ ਦ ਬਿਜ਼ਨਸ। ਔਰ ਜਿਹੜੀ ਗੱਲ ਤੁਸੀਂ ਕਹੀ ਵੀ ਇਹਦਾ ਜਿਹੜਾ ਅਸਰ ਹੈ, ਇਹ ਅਸਰ ਤੁਹਾਨੂੰ ਲੰਬੇ ਟਾਈਮ ਤੱਕ ਨਜ਼ਰ ਆਏਗਾ। ਛੋਟੇ ਬਿਜ਼ਨਸਿਸ ਨੂੰ ਜਿਹੜੀ ਗੱਲ ਪੁੱਛੀ ਆ, ਉਹਦਾ ਫਾਇਦਾ ਇਹ ਹੈ ਸਰ ਸਾਹਿਬ ਕਿ ਵੱਡੀ ਵੱਡੀ ਕੰਪਨੀਆਂ 'ਚ ਲੇ ਆਫ ਹੋ ਰਹੀ ਹੈ। ਦੇਖੋ, ਮਾਈਕਰੋਸਾਫਟ ਨੇ 12,000 ਬੰਦਿਆਂ ਨੂੰ ਲੇ ਆਫ ਦਿੱਤੀ, ਐਮਾਜ਼ਨ ਨੇ 18,000 ਬੰਦਿਆਂ ਨੂੰ ਲੇ ਆਫ ਦਿੱਤੀ, ਗੂਗਲ ਨੇ ਕੋਈ 10,000 ਬੰਦਿਆਂ ਨੂੰ ਲੇ ਆਫ ਦਿੱਤੀ, ਸ਼ੋਪੀਫਾਈ ਨੇ ਕਰੀਬ 10,000 ਬੰਦਿਆਂ ਨੂੰ ਲੇ ਆਫ ਦਿੱਤੀ। ਤੇ ਇਹ ਸਾਰੇ ਜਿਹੜੇ EMPLOYE ਨੇ, ਇਹ ਜਿਵੇਂ ਵੱਡੀਆਂ ਕੰਪਨੀਆਂ ਮਤਲਬ ਹਾਲੇ ਟੈਕਨੋਲੋਜੀ ਦੀ ਕੰਪਨੀਆਂ ਦੱਸੀਆਂ, ਦੂਜੀਆਂ ਵੀ ਜਿਹੜੀਆਂ ਤੁਸੀਂ ਇੱਕ ਰਿਟੇਲ ਸੇਲਸ ਦੀਆਂ ਕੰਪਨੀਆਂ, ਉਹ 'ਚ ਵੀ ਤੁਹਾਨੂੰ ਲੱਗੇਗਾ ਲੇ ਆਫ ਮਿਲਣਗੀਆਂ। ਤੇ ਇਹ EMPLOYE ਫਿਰ ਨੈਚੁਰਲੀ ਗੱਲ ਹੈ ਛੋਟੇ ਬਿਜ਼ਨਸਿਸ ਕੋਲ ਆਪਣੀ ਨੌਕਰੀ ਲੱਭਣਗੇ, ਤੇ ਜਿਹੜੇ ਛੋਟੇ ਬਿਜ਼ਨਸ ਨੂੰ ਅੱਗੇ ਕਾਮਿਆਂ ਦੀ ਕਮੀ ਹੁੰਦੀ ਸੀ ਉਹ ਵੀ ਕੁਝ ਹੱਦ ਤੱਕ ਠੀਕ ਹੋਏਗੀ ਸਰ। ਡੀ ਦੇ ਜਿਹੜੇ ਅਰਥ ਸ਼ਾਸਤਰੀ ਨੇ, ਕੱਲ ਉਹਨਾਂ ਨੇ ਇੱਕ ਸਟੇਟਮੈਂਟ ਇਸ਼ੂ ਕੀਤੀ। ਉਹ ਕਹਿੰਦੇ ਤੁਸੀਂ 2022 ਨੂੰ ਢੋਨੇ ਹੋ, ਹਾਲੇ ਤੁਸੀਂ 2023 ਵੇਖਣਾ। ਹੁਣ ਕਿਹੜੇ ਇਹੋ ਜਿਹੇ ਸਟਾਕ ਐਂਡ ਸ਼ੇਅਰ ਮਾਰਕੀਟ ਦੇ ਇਨਵੈਸਟਮੈਂਟਸ ਨੇ ਜਿਹੜੀਆਂ 2023 ਦੇ ਵਿੱਚ ਬਚੀਆਂ ਰਹਿਣਗੀਆਂ ਜਾਂ ਬੈਟਰ ਨੇ, ਕਿਹੜੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ? ਦੇਖੋ ਸਰ, ਤੁਸੀਂ 2023 ਛੱਡੋ, 2022 ਦੇ ਅੰਦਰ 2023 ਦੇ ਅੰਦਰ ਇਸ ਟਾਈਮ ਟੋਰਾਂਟੋ ਸਟਾਕ ਇੰਡੈਕਸ ਇਜ਼ ਅਪ ਬਾਈ ਮੋਰ ਦੈਨ 5% even till to date, ਹਾਲਾਂਕਿ 1% ਥੱਲੇ ਅੱਜ, still is up by 5%. Nasdaq is up by more than 9%. ਔਰ that tells you ਕਿ ਜਿਹੜੀ ਇਹ ਸਟਾਕ ਮਾਰਕੀਟ ਉੱਤੇ ਜਾ ਰਹੀ ਹੈ, ਅੱਜ ਦੀ ਆਈਸੋਲੇਸ਼ਨ ਛੱਡ ਦਿਓ ਕਿਉਂਕਿ ਕੱਲ
ਮਾਈਕਰੋਸਾਫਟ ਔਰ ਅੱਜ ਸਵੇਰੇ ਬੋਇੰਗ ਦੀ ਰਿਪੋਰਟ ਕੋਈ ਚੰਗੀ ਨਹੀਂ ਆਈ, ਇਸ ਕਰਕੇ ਇਹ ਥੋੜਾ ਜਿਹਾ ਮਾੜਾ ਅਸਰ ਨਜ਼ਰ ਆ ਰਿਹਾ ਹੈ। ਲੇਕਿਨ ਕਿਉਂਕਿ ਸਟਾਕ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਜੋ ਲੇ ਆਫ ਦੇ ਰਹੀਆਂ ਉਹਨਾਂ ਦੀ ਪ੍ਰੋਫਿਟੇਬਿਲਿਟੀ ਵਧਣੀ ਹੈ। ਔਰ ਤੀਜੀ ਗੱਲ ਇਹ ਹੈ ਕਿ ਜਦੋਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀ ਸਟਾਕ ਮਾਰਕੀਟ ਹੈ ਇਹ ਇਕਨੋਮੀ ਤੋਂ 8-9 ਮਹੀਨੇ ਅਗਾਂਹ ਚੱਲਦੀ ਹੈ। ਸੋ ਦੈਟਸ ਟੈਲਿੰਗ ਯੂ the good time is coming in the fourth quarter of 2023. So 2024 will be also better. और 2023 तक ਤੁਸੀਂ ਦੇਖੋਗੇ ਇਹ ਐਂਡ ਤੱਕ ਜਿਹੜੇ ਆ ਮਾਹੌਲ ਸਾਰਾ ਠੀਕ ਹੋ ਜਾਏਗਾ ਸਰ। ਅੱਛਾ, ਕਿਹੜੀ ਮਾਰਕੀਟ ਹੈ ਜਿਹੜੀ ਸਟਾਕ ਦੀ ਇੰਟਰਸਟ ਰੇਟ ਤੋਂ ਰੈਸਿਸਟੈਂਟ ਹੈ? ਸਟਾਕ ਮਾਰਕੀਟ ਤੋਂ ਰੈਜ਼ਿਸਟੈਂਟ ਹੈ ਹਾਂ ਸਰ। ਐਵਰੀਥਿੰਗ ਇਜ਼ ਨਾਊਅਡੇਜ਼ ਰਿਲੇਟਡ ਟੂ ਦੀ ਸਟਾਕ ਮਾਰਕੀਟ। ਚਾਹੇ ਤੁਸੀਂ ਕੋਈ ਵੀ ਚੀਜ਼ ਹੈ, ਹਰ ਚੀਜ਼ ਦਾ ਤੁਸੀਂ ਦੇਖੋ ਕਿਤੇ ਨਾ ਕਿਤੇ ਲਿੰਕ ਜਿਹੜਾ ਹੈ ਸਟਾਕ ਮਾਰਕੀਟ ਨਾਲ ਹੈਗਾ। ਹਾਊਸਿੰਗ ਮਾਰਕੀਟ ਜਿਹੜੀ ਹੈ ਤੁਸੀਂ ਕਹਿ ਸਕਦੇ ਆ ਇਟ ਵਰਕਸ ਡਿਫਰੈਂਟਲੀ ਦੈਨ ਦੀ ਸਟਾਕ ਮਾਰਕੀਟ। ਔਰ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਹਲੇ ਉੱਠਦੀ ਨਜ਼ਰ ਨਹੀਂ ਆ ਰਹੀ। ਹਾਂ, ਹਾਊਸਿੰਗ ਮਾਰਕੀਟ ਲਈ ਇਹ ਜ਼ਰੂਰ ਰਾਹਤ ਦੀ ਸਾਹ ਹੈ ਕਿ ਜਿਹੜਾ ਇਹਨਾਂ ਨੇ ਕਿਹਾ ਵੀ they will sit on the sideline, so they will not be aggressive in raising interest rate, but at the same time ਜਿਹੜਾ ਅੱਜ ਦੀ ਡੇਟ 'ਚ ਮਾਰਗੇਜ ਨੂੰ ਕੁਆਲੀਫਾਈ ਕਰਨਾ ਹੀ ਬਹੁਤ ਔਖਾ ਹੋ ਗਿਆ ਆਮ ਆਦਮੀ ਲਈ। ਤੇ ਇਹ ਹਾਊਸਿੰਗ ਮਾਰਕੀਟ ਜਿਹੜੀ ਹੈ ਇਟ ਵਿਲ ਟੇਕ ਸਮ ਟਾਈਮ ਟੂ ਪਿਕ ਅਪ। ਲੇਕਿਨ ਸਟਾਕ ਮਾਰਕੀਟ ਜਿਹੜੀ ਹੈ ਸਰ ਇਟ ਵਿਲ ਕੰਟੀਨਿਊ ਟੂ ਡੂ ਗੁੱਡ। ਔਰ ਜਿਹੜੇ ਖਾਸ ਤੌਰ ਤੇ ਜਿਹੜੀ ਤੁਸੀਂ ਗੱਲ ਪੁੱਛੀ ਵੀ ਕਿਹੜੇ ਲੋਕ ਜਿਹੜੇ ਨੇ ਸਟਾਕ ਮਾਰਕੀਟ ਤੋਂ ਇਫੈਕਟਡ ਨਹੀਂ ਹੈ, ਉਹ ਹੈਗਾ ਜੀ ਜਿਹੜੇ ਕਈ ਫਿਕਸਡ ਇਨਕਮ ਜਿਹੜੇ ਕਿ ਸ਼ੁਰੂ ਤੋਂ ਕੋਈ ਬਿਲਕੁਲ ਰਿਸਕ ਨਹੀਂ ਲੈਂਦੇ, ਜਿਹੜੇ ਕਿ GIC ਦੇ ਅੰਦਰ ਫਿਕਸਡ ਡਿਪੋਜ਼ਿਟ ਦੇ ਅੰਦਰ ਪੈਸੇ ਇਨਵੈਸਟਮੈਂਟ ਕਰਦੇ ਨੇ, ਉਹਨਾਂ ਲਈ ਚੰਗੀ ਗੱਲ ਹੈ ਕਿ ਉਹਨਾਂ ਨੂੰ ਹੁਣ 5-6% ਜਿਹੜਾ ਹੈ 5% ਤੱਕ ਜਿਹੜਾ ਹੈ ਉਹ ਇੰਟਰਸਟ ਮਿਲਿਆ ਕਰੇਗਾ। ਕਿਉਂਕਿ ਹੋਇਆ ਕਿ ਥਰਡ ਸਾਹਿਬ ਕਿ ਪਿਛਲੇ ਕਰੀਬ 15 ਸਾਲ ਦੇ ਅੰਦਰ 15 ਸਾਲ 'ਚ ਤੁਸੀਂ ਦੇਖੋ ਅੱਜ ਜਿਹੜਾ ਇੰਟਰਸਟ ਹੈ 15 ਈਅਰ ਹਾਈ ਹੈ। ਪਿਛਲੇ 15 ਸਾਲ ਦੇ ਅੰਦਰ ਜਿਹੜੇ ਲੋਕ ਦੇਖੋ 3-4 ਤਰ੍ਹਾਂ ਦੇ ਲੋਕ ਹੈਗੇ। ਕੁਝ ਲੋਕ ਸਟਾਕ ਮਾਰਕੀਟ 'ਚ ਇਨਵੈਸਟਮੈਂਟ ਕਰਦੇ ਹੈ, ਕੁਝ ਹਾਊਸਿੰਗ 'ਚ ਕਰਦੇ ਹੈ, ਕੁਝ ਜਿਹੜੇ ਹੈ ਬੌਂਡ 'ਚ ਕਰਦੇ ਹੈ, ਕੁਝ ਫਿਕਸਡ ਡਿਪੋਜ਼ਿਟ 'ਚ ਕਰਦੇ ਹੈ। ਲੇਕਿਨ ਚੂੰਕਿ ਪਿਛਲੇ 10-15 ਸਾਲ 'ਚ ਨਾ ਤੇ ਬੌਂਡ ਦੇ ਅੰਦਰ ਸੀਗੀ 2-3% ਤੁਹਾਨੂੰ ਈਲਡ ਮਿਲਦੀ ਸੀਗੀ, ਤੇ ਜਾਂ ਤੁਹਾਨੂੰ ਇਹ GIC ਦੇ ਅੰਦਰ 1-1.5% ਵਿਆਜ ਮਿਲਦਾ ਸੀ, ਤੇ ਉਹ ਲੋਕ ਨਾ ਚਾਹੁੰਦੇ ਹੋਏ ਵੀ ਉਹ ਸਟਾਕ ਮਾਰਕੀਟ 'ਚ ਇਨਵੈਸਟਮੈਂਟ ਕਰਨ ਲੱਗ ਗਏ ਸੀ ਜਾਂ ਉਹ ਰੀਅਲ ਸਟੇਟ 'ਚ ਇਨਵੈਸਟਮੈਂਟ ਕਰਨ ਲੱਗ ਗਏ ਸੀ। ਤੇ ਉਹ ਲੋਕ ਕਹਿ ਲਓ ਆਪਣੇ ਘਰਾਂ ਨੂੰ ਵਾਪਸ ਆ ਜਾਣਗੇ। ਦੇ ਵਿਲ ਗੋ ਬੈਕ ਟੂ ਸੇਮ ਡੋਮੇਨ। ਜਿਹੜਾ ਫਿਕਸ ਡਿਪੋਜ਼ਿਟ ਕਰਦਾ ਸੀ ਫਿਕਸ ਡਿਪੋਜ਼ਿਟ ਚਲਾ ਜਾਊਗਾ, ਜਿਹੜਾ ਬੌਂਡ 'ਚ ਕਰਦਾ ਸੀ ਬੌਂਡ ਚਲਾ ਜਾਊਗਾ। ਇਸ ਤਰੀਕੇ ਨਾਲ ਜਿਹੜੀ ਤੁਸੀਂ ਦੇਖੋਗੇ ਕਿ ਇਨਵੈਸਟਮੈਂਟ ਜਿਹੜੀ ਹੈ ਸਟਾਕ ਮਾਰਕੀਟ ਦੇ ਅੰਦਰ ਔਰ ਰੀਅਲ ਸਟੇਟ ਦੇ ਅੰਦਰ ਆਉਣ ਵਾਲੇ ਟਾਈਮ 'ਚ ਘਟ ਜਾਏਗੀ ਸਰ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਆ ਕਿ ਮੈਂ ਹੁਣ ਇੱਕ ਪਾਸੇ ਹੋ ਕੇ ਬੈਠਾਂਗਾ, ਮੈਂ ਲਾਂਭੇ ਹੋ ਕੇ ਬੈਠ ਕੇ ਵੇਖਾਂਗਾ ਕੀ ਬਣਦਾ ਹੈ। ਪਰ ਪਹਿਲਾਂ ਉਹ ਐਕਟਿਵਲੀ ਵਧਾਉਂਦੇ ਰਹੇ ਨੇ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਉਹਨਾਂ ਨੇ ਇਹ ਨਹੀਂ ਕੁਝ ਇਸ ਤਰ੍ਹਾਂ ਦੀ ਇੰਡੀਕੇਸ਼ਨ ਦਿੱਤੀ ਕਿ ਇਕਨੋਮੀ ਨੂੰ ਬੂਸਟ ਕਰਨ ਲਈ ਜਾਂ ਇਨਫਲੇਸ਼ਨ ਨੂੰ ਹੋਰ ਕਾਬੂ ਕਰਨ ਲਈ ਮੈਂ ਹੋਰ ਕੀ ਕਦਮ ਚੁੱਕਾਂਗਾ। ਲਾਂਭੇ ਹੋ ਕੇ ਬੈਠਣ ਦੇ ਤੁਸੀਂ ਕੀ ਅਰਥ ਕੱਢਦੇ ਹੋ? That means sir he will sit on the sideline। ਜਦੋਂ ਤੁਸੀਂ ਕੋਈ ਚੀਜ਼ ਜਿਸ ਤਰ੍ਹਾਂ ਕੋਈ ਚੀਜ਼ sir let it see the result we are moving in the right direction। ਉਹ ਇਸ ਤਰ੍ਹਾਂ ਇੰਨਾ ਐਗਰੈਸਿਵਲੀ ਨਹੀਂ ਵਧਾ ਸਕਦੇ ਕਿ ਇੰਨਾ ਉਹ ਇਕਨੋਮੀ ਦਾ ਭੱਠਾ ਹੀ ਪੈ ਜਾਏ। ਤੇ that is right approach। wait and watch ਵਾਲੀ ਗੱਲ ਹੈਗੀ ਆ। unless ਕਿ ਕੋਈ ਡਾਟਾ ਐਸਾ ਸਰਪ੍ਰਾਈਜ਼ਿੰਗ ਡਾਟਾ ਆ ਜਾਏ, that's what he said। ਔਰ ਸਰਪ੍ਰਾਈਜ਼ਿੰਗ ਡਾਟਾ ਦੀ ਕੋਈ ਉਮੀਦ ਲੱਗਦੀ ਨਹੀਂ ਜਿਸ ਹਿਸਾਬ ਨਾਲ ਸੇਲਾਂ ਘਟ ਰਹੀਆਂ ਨੇ। ਤੇ that's a very right approach to sit on the sideline sir। ਤੇ ਇਸ ਮੰਦਵਾੜੇ ਚੋਂ ਰੀਬਾਊਂਡ ਹੋਣ ਨੂੰ ਕਿੰਨਾ ਚਿਰ ਲੱਗੇਗਾ ਤੁਹਾਡੇ ਖਿਆਲ ਦੇ ਮੁਤਾਬਕ? ਰੀਬਾਊਂਡ ਕਿਸ ਸੈਕਟਰ ਦੀ ਗੱਲ ਕਰ ਰਹੇ ਹੋ ਤੁਸੀਂ? ਹਾਊਸਿੰਗ ਤੇ ਬਾਕੀ ਦੀ ਜਿਹੜੀਆਂ ਹੋਰ ਇਨਵੈਸਟਮੈਂਟਸ ਨੇ, ਹੋਰ ਫਾਈਨੈਂਸ਼ੀਅਲ ਐਸੈਟਸ ਵਗੈਰਾ ਜਿਹੜੀਆਂ ਹੁਣ ਟਰਬਲ 'ਚ ਨੇ, ਉਹਨਾਂ ਚੋਂ ਨਿਕਲਣ ਨੂੰ ਕਿੰਨਾ ਕੁ ਸਮਾਂ ਲੱਗ ਸਕਦਾ? ਦੇਖੋ ਸਰ ਸਟਾਕ ਮਾਰਕੀਟ ਤੇ ਰੀਬਾਊਂਡ ਹੋਣੀ ਸ਼ੁਰੂ ਹੋ ਗਈ ਹੈ। ਤੇ ਤੱਕ ਸਵਾਲ ਹੈ ਹਾਊਸਿੰਗ ਦਾ, ਰੀਅਲ ਸਟੇਟ ਦਾ। that will take a time। the first thing ਤੁਸੀਂ ਜੇ ਰੀਬਾਊਂਡ ਤਾਂ ਬਹੁਤ ਬਾਅਦ ਦੀ ਗੱਲ ਹੈ ਸਰ। the first thing is the bleeding has to stop, then the wound will heal। ਕੋਈ ਜ਼ਖਮ ਜੇ ਤੁਸੀਂ ਪਹਿਲਾਂ ਹਲੇ ਖੂਨ ਨਿਕਲ ਰਿਹਾ, ਬਲੀਡਿੰਗ ਚੱਲ ਰਹੀ ਹੈ, ਪਹਿਲਾਂ ਬਲੀਡਿੰਗ ਹੈਜ਼ ਟੂ ਸਟਾਪ। ਸੋ ਬਲੀਡਿੰਗ ਜਿਹੜੀ ਹੈ ਤੁਸੀਂ ਇਹ ਮੰਨ ਸਕਦੇ ਆ ਕਿ ਸੈਕੰਡ ਕੁਆਰਟਰ ਤੱਕ ਸਟਾਪ ਹੋ ਜਾਏਗੀ ਸਰ। then it will start slowly ਕਿ ਤੁਹਾਡਾ ਜਿਹੜਾ ਜ਼ਖਮ ਭਰਨਾ ਸ਼ੁਰੂ ਹੋ ਜਾਏ। ਕਹਿਣ ਦਾ ਭਾਵ ਇਹ ਹੈ, ਮੈਂ ਰੀਅਲ ਸਟੇਟ ਤੇ ਮਤਲਬ ਗੱਲ ਕਰ ਰਿਹਾ ਵੀ ਰੀਅਲ ਸਟੇਟ ਫਿਰ ਹੋ ਸਕਦਾ ਹੈ ਫੋਰਥ ਕੁਆਰਟਰ ਤੋਂ ਥੋੜਾ ਜਿਹਾ ਫਿਰ ਜਿਹੜਾ ਹੈ ਸਲੋਲੀ ਪਿਕਅਪ ਸ਼ੁਰੂ ਹੋ ਜਾਵੇ। ਜਿਸ ਤਰ੍ਹਾਂ ਕਿ ਅਕਸਰ ਪਹਿਲਾਂ ਹੁੰਦਾ ਸੀ 10-15 ਸਾਲ ਪਹਿਲੇ ਰੀਅਲ ਸਟੇਟ used to move 3 to 4%, 5% ਇਸ ਤਰ੍ਹਾਂ ਮੂਵ ਕਰਦੀ ਸੀ।
ਇਸ ਤਰ੍ਹਾਂ ਨਹੀਂ ਕਿ ਜਿਸ ਤਰ੍ਹਾਂ ਪਿਛਲੇ 2 ਸਾਲ ਬੇਹਤਾਸ਼ਾ 35-40% 2 ਸਾਲ ਚ ਮੂਵ ਹੋ ਗਈ। ਤਾਂ ਉਹ ਚੀਜ਼ ਜਿਹੜੀ ਆ ਉਹ ਪੁਰਾਣਾ ਟਾਈਮ ਆ ਜਾਊਗਾ ਕਿ ਹਰ ਸਾਲ ਫਿਰ 3 ਤੋਂ 4% 5% ਜੇ ਉਹ ਗਰੋ ਕਰੇਗੀ। ਦੈਟਸ ਆਲਸੋ ਹੈਲਥੀ ਗਰੋਥ ਔਰ ਉਹ ਸਹੀ ਚੀਜ਼ ਹੈ। ਸੋ ਤੁਹਾਡਾ ਖਿਆਲ ਹੈ ਕਿ ਆਉਣ ਵਾਲੇ ਕ੍ਰਿਸਮਸ ਤੱਕ, ਕ੍ਰਿਸਮਸ ਤੋਂ ਪਹਿਲਾਂ ਅਕਤੂਬਰ ਨਵੰਬਰ ਦੇ ਵਿੱਚ ਰਿਕਵਰੀ ਹੋ ਜਾਏਗੀ ਥੋੜ੍ਹੀ ਬਹੁਤ? ਰਿਕਵਰੀ ਵਿਲ ਸਟਾਰਟ ਸਰ, ਰਿਕਵਰੀ ਵਿਲ ਸਟਾਰਟ। ਹੁਣ ਇਹ ਡਿਪੈਂਡ ਕਰਦਾ ਸਰ, ਇਟਸ ਆਲਸੋ ਸਬਜੈਕਟਿਵ ਇਸ਼ੂ ਐਂਡ ਰਿਲੇਟਿਵ ਇਸ਼ੂ। ਕਿਸੇ ਬੰਦੇ ਨੇ ਹੁਣ ਵਿਚਾਰੇ ਨੇ ਪਿਛਲੇ ਸਾਲ ਜਿਹਨੇ ਫਰਵਰੀ 2022 ਚ ਕਰ ਲਿਆ, ਉਹੀ ਜੇ ਤੁਸੀਂ ਕਹੋ ਰਿਕਵਰੀ, ਦੀ ਰਿਕਵਰੀ ਨੂੰ ਤਾਂ 5 ਸਾਲ ਲੱਗਣੇ, 3 ਤੋਂ 5 ਸਾਲ ਲੱਗਣੇ ਆ। ਜਿਹਨੇ ਕਿਸੇ ਨੇ 2020 ਚ ਕਰ ਲਿਆ, ਉਹਦੀ ਰਿਕਵਰੀ ਛੇਤੀ ਹੋ ਜਾਏਗੀ। ਸੋ ਡਿਪੈਂਡਸ ਕਿ ਕਿਸੇ ਬੰਦੇ ਨੇ ਕਦੋਂ ਕੋਈ ਕਰ ਲਿਆ, ਕਦੋਂ ਉਹਦੀ ਇਨਵੈਸਟਮੈਂਟ ਕੀਤੀ ਹੈ ਸਰ। ਲੇਕਿਨ 5 ਲੱਖ ਇਮੀਗ੍ਰੈਂਟਸ ਦਾ ਆ ਜਾਣਾ ਔਰ ਹੋਰ ਇਸ ਤਰ੍ਹਾਂ ਦੇ ਕਈ ਇੰਡੀਕੇਟਰ ਹੈਗੇ ਆ ਭਵਿੱਖ ਦੇ ਵਿੱਚ, ਜਿਹੜੇ ਕੱਲ੍ਹ ਵੀ ਇੱਕ ਰਿਪੋਰਟ ਆਈ ਸੀ ਕਿ ਇਹਨਾਂ ਕਰਕੇ ਇਹਨਾਂ ਲੋਕਾਂ ਦੇ ਇੰਤਜ਼ਾਮ ਕਰਨ ਲਈ ਇਹਨਾਂ ਨੂੰ ਹਾਊਸਿੰਗ, ਕੰਸਟਰਕਸ਼ਨ ਤੇ ਹੋਰ ਜਿਹੜੇ ਫੀਲਡਸ ਨੇ ਇਹ ਸੈਕਟਰ ਦੇ ਵਿੱਚ, ਇਹ ਕਾਫੀ ਹੈਲਪ ਕਰਨਗੇ ਤਾਂ ਕਿ ਅਸੀਂ ਇਸ ਰਿਸੈਸ਼ਨ ਜਾਂ ਜਿਹੜਾ ਵੀ ਮੰਦਵਾੜਾ ਹੈ ਚੋਂ ਨਿਕਲ ਸਕੀਏ। ਬਿਲਕੁਲ ਕਰਨਗੇ ਸਰ, ਲੇਕਿਨ ਮੈਂ ਸਮਝਦਾ ਕੈਨੇਡਾ ਦੇ ਅੰਦਰ ਖਾਸ ਤੌਰ ਤੇ ਟੋਰਾਂਟੋ ਔਰ ਵੈਨਕੂਵਰ ਚ, ਵੈਨਕੂਵਰ ਦਾ ਤਾਂ ਮੈਨੂੰ ਪਤਾ ਨਹੀਂ, ਟੋਰਾਂਟੋ ਦੇ ਅੰਦਰ ਤੇ ਜਿਹੜੀ ਇਹ ਰੈਡ ਟੇਪਿਜ਼ਮ ਹੈ ਮਿਊਨਿਸਪੈਲਿਟੀਜ਼ ਦੀ, ਕਾਰਪੋਰੇਸ਼ਨਸ ਦੀ, ਬਹੁਤ ਜ਼ਿਆਦਾ ਆ। ਦੇਖੋ ਜਿਹੜਾ ਮਟੀਰੀਅਲ ਕਾਸਟ ਹੈ ਉਹ ਤੇ ਉਨੀ ਰਹਿਣੀ ਹੈ, ਲੇਬਰ ਕਾਸਟ ਜਿਹੜੀ ਹੈ ਜ਼ਰੂਰ ਸਾਡੇ ਇੱਥੇ ਥੋੜੀ ਜ਼ਿਆਦਾ ਹੈਗੀ ਅਮਰੀਕਾ ਨਾਲੋਂ। ਔਰ ਜਿਹੜਾ ਰੈਡ ਟੇਪਿਜ਼ਮ ਹੈ, ਕੋਈ ਤੁਸੀਂ ਲਾਇਸੈਂਸ ਲੈਣਾ ਹੈ, ਕਿਸੇ ਚੀਜ਼ ਨੂੰ ਤੁਸੀਂ ਅਪਰੂਵਲ ਲੈਣੀ ਹੈ, 2-2, 2.5 ਸਾਲ ਜਿਹੜੇ ਇੱਥੇ ਲੱਗ ਜਾਂਦੇ ਨੇ। ਉਹ ਜਦ ਤੱਕ ਬਹਾਲ ਨਹੀਂ ਹੁੰਦੀ ਤਾਂ ਤੱਕ ਤੁਸੀਂ ਨਹੀਂ ਮੰਨ ਸਕਦੇ ਕਿ ਜਿਹੜੇ ਘਰਾਂ ਦੇ ਪ੍ਰਾਈਸਿਸ ਨੇ ਬਈ ਜਿਹਨੂੰ ਕਹ ਲਓ ਅਫੋਰਡੇਬਲ ਹਾਊਸਿੰਗ ਜਾਂ ਮਤਲਬ ਪ੍ਰਾਈਸਿਸ ਸਹੀ ਹੋਣਗੇ, ਤਾਂ ਤੱਕ ਉਮੀਦ ਲੱਗਦੀ ਨਹੀਂ ਸਰ। ਵੈਂਕੂਵਰ ਵੀ ਇਵੇਂ ਹੀ ਰੈਡ ਟੇਪ ਹੁਣ ਖਤਮ ਕਰਨ ਦੇ ਲੱਗੇ ਹੋਏ ਨੇ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ। ਥੈਂਕ ਯੂ ਦਿਨ ਸਰ। ਥੈਂਕ ਯੂ।